ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਕਿ ਲਗਾਤਾਰ ਆਪਣੇ ਵਚਨ ਦੀ ਇਸ ਸੇਵਾ ਦੇ ਨਾਲ ਉਹ ਮੈਨੂੰ ਆਪ ਦੇ ਨਾਲ ਰੂਬਰੂ ਹੋਣ ਦੀ ਮਦਦ ਕਰਦਾ ਹੈ। ਅੱਜ ਦੇ ਵਚਨ ਨੂੰ ਅਸੀਂ ਪੜ੍ਹਨ ਤੋਂ ਪਹਿਲਾਂ ਅਤੇ ਉਸ ਦਾ ਵਕਾਸ਼ਵਾ ਕਰਨ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਮੈਂ ਆਪ ਦਾ ਸ਼ੁਕਰਗੁਜ਼ਾਰ ਕਰਦਾ ਕਿ ਤੁਸੀਂ ਸਾਨੂੰ ਨਿਤ ਪ੍ਰਤੀ ਦਿਨ ਆਪਣੇ ਵਚਨ ਦੀ ਸੰਗਤ ਦੇ ਕੇ ਸਾਡੇ ਆਤਮਿਕ ਜੀਵਨਾਂ ਦੀ ਚਿੰਤਾ ਕਰਦੇ ਹੋ ਅਤੇ ਸਾਨੂੰ ਆਪਣੇ ਆਤਮਿਕ ਜੀਵਨ ਦੇ ਵਿੱਚ ਅੱਗੇ ਵਧਣ ਦੇ ਲਈ ਆਪਣੇ ਵਚਨ ਦੇ ਵਿੱਚੋਂ ਨਿਤ ਪ੍ਰਤੀ ਦਿਨ ਆਪਣੇ ਭੇਤਾਂ ਨੂੰ ਸਾਡੇ ਉੱਤੇ ਪ੍ਰਗਟ ਕਰਦੇ ਹੋ ਕਿ ਅਸੀਂ ਉਸ ਦੇ ਰਾਹੀਂ ਤੇਰੇ ਸਵਰਗ ਰਾਜ ਦੀ ਯੋਜਨਾ ਨੂੰ ਜੋ ਪਰਮੇਸ਼ਵਰ ਨੇ ਮੁੱਢੋਂ ਹੀ ਸਾਡੇ ਲਈ ਤਿਆਰ ਕੀਤੀ ਕਿ ਹਰ ਇੱਕ ਮਨੁੱਖ ਬਚਾਇਆ ਜਾਵੇ, ਉਸ ਨੂੰ ਤੁਸੀਂ ਨਿਤ ਸਾਡੇ ਜੀਵਨ ਦੇ ਵਿੱਚ ਦਿੰਦੇ ਹੋ, ਪ੍ਰਗਟ ਕਰਦੇ ਹੋ। ਉਸ ਦੇ ਲਈ ਧੰਨਵਾਦ। ਅੱਜ ਦੇ ਵਚਨ ਦੇ ਉੱਤੇ ਵੀ ਆਪ ਦੀ ਕਿਰਪਾ ਹੋਵੇ। ਹਰ ਇੱਕ ਵਚਨ ਸੁਣਨ ਵਾਲਾ ਅਤੇ ਪਰਮੇਸ਼ਰ ਪਿਤਾ ਆਪ ਦੇ ਵਚਨ ਦਾ ਮਨਨ ਕਰਨ ਵਾਲਾ ਅਤੇ ਆਪ ਦੇ ਵਚਨ ਦਾ ਵਕਾਸ਼ਵਾ ਕਰਨ ਵਾਲਾ ਆਪ ਦੀ ਮਹਿਮਾ ਅਤੇ ਆਪ ਦੀ ਵਡਿਆਈ ਕਰੇ ਔਰ ਆਪ ਦਾ ਹੀ ਨਾਮ ਉੱਚਾ ਹੋਵੇ। ਅਜਿਹਾ ਹੋਣ ਦੇ ਲਈ ਮਦਦ ਕਰ। ਸਭੋ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਇਆ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਲੂਕਾ ਦੀ ਇੰਜੀਲ 19 ਅਧਿਆਏ ਉਸ ਦੀ 1 ਤੋਂ ਲੈ ਕੇ 10 ਆਇਤਾਂ ਤੱਕ ਦੇ ਵਿੱਚ ਮੈਂ ਲਿਆ ਹੈ। ਇੱਥੇ ਲਿਖਿਆ ਹੈ, ਉਹ ਯਰੀਹੋ ਦੇ ਅੰਦਰ ਜਾ ਕੇ ਵਿੱਚੋਂ ਦੀ ਲੰਘ ਰਿਹਾ ਸੀ ਔਰ ਵੇਖੋ ਜੱਕੀ ਨਾਂ ਦਾ ਇੱਕ ਪੁਰਖ ਸੀ ਜਿਹੜਾ ਮਸੂਲੀਆਂ ਦਾ ਸਰਦਾਰ ਅਤੇ ਧਨਵਾਨ ਸੀ ਅਤੇ ਉਸਨੇ ਯਿਸੂ ਨੂੰ ਵੇਖਣ ਦੇ ਲਈ ਯਤਨ ਕੀਤਾ ਉਹ ਕੌਣ ਹੈ, ਪਰ ਭੀੜ ਦੇ ਕਾਰਨ ਵੇਖ ਨਾ ਸਕਿਆ ਕਿਉਂ ਜੋ ਉਹ ਕੱਦ ਦਾ ਮਧਰਾ ਹੈ ਸੀ। ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਵ੍ਰਿਕਸ਼ ਉੱਤੇ ਚੜ ਗਿਆ। ਭਾਈ ਉਸ ਨੂੰ ਵੇਖੇ ਕਿਉਂ ਜੋ ਉਸਨੇ ਉਸ ਨੂੰ ਉਸ ਰਸਤੇ ਲੰਘਣਾ ਸੀ, ਪਰ ਯਿਸੂ ਜਾਂ ਉਸ ਥਾਂ ਆਇਆ ਤਾਂ ਉਹ ਤਾਂ ਨਜ਼ਰ ਮਾਰ ਕੇ ਉਹਨੂੰ ਆਖਿਆ, ਹੇ ਜੱਕੀ, ਛੇਤੀ ਨਾਲ ਉਤਰ ਜਾ, ਕਿਉਂ ਜੋ ਮੈਂ ਅੱਜ ਤੇਰੇ ਘਰ ਰਹਿਣਾ ਹੈ। ਤਾਂ ਉਹ ਛੇਤੀ ਨਾਲ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਦੇ ਆਦਰ ਭਾਵ ਕੀਤਾ। ਤਾਂ ਸਭ ਵੇਖ ਕੇ ਕੁੜਨ ਲੱਗੇ ਅਤੇ ਬੋਲੇ, ਜੋ ਉਹ ਇੱਕ ਪਾਪੀ ਮਨੁੱਖ ਦੇ ਘਰ ਜਾ ਉਤਰਿਆ ਹੈ। ਪਰ ਜੱਕੀ ਨੇ ਖੜੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਵੇਖ, ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਔਰ ਜੇ ਮੈਂ ਕਿਸੇ ਨਾਲ ਊਜ ਲਾ ਕੇ ਕੁਝ ਲਿਆ ਹੈ ਤਾਂ ਚੌਗਣਾ ਮੋੜ ਦਿੰਦਾ। ਯਿਸੂ ਨੇ ਉਹਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਇਸ ਲਈ ਜੋ ਇਹ ਵੀ ਅਬਰਾਹਮ ਦਾ ਪੁੱਤਰ ਹੈ, ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਭਾਲਣ ਅਤੇ ਬਚਾਉਣ ਆਇਆ ਹੈ। ਮੇਰਾ ਅੱਜ ਦਾ ਵਿਸ਼ਾ ਇਹੋ ਹੈ, ਯਿਸੂ ਗੁਆਚੇ ਹੋਇਆਂ ਨੂੰ ਅਤੇ ਉਹਨਾਂ ਨੂੰ ਬਚਾਉਣ ਲਈ ਆਇਆ ਹੈ। ਯਿਸੂ ਗੁਆਚੇ ਹੋਇਆਂ ਨੂੰ ਅਤੇ ਉਹਨਾਂ ਦੇ ਜੀਵਨ ਨੂੰ ਬਚਾਉਣ ਲਈ ਆਇਆ ਹੈ। ਜਦੋਂ ਮੈਂ ਇਸ ਖੰਡ ਨੂੰ ਪੜ੍ਹ ਰਿਹਾ ਸੀ ਤਾਂ ਇਸ ਖੰਡ ਦੇ ਵਿੱਚ 10 ਆਇਤ ਦਾ ਜੋ ਮੁੱਖ ਪ੍ਰਭੂ ਯਿਸੂ ਮਸੀਹ ਦਾ ਵਾਕ ਹੈ ਉਸ ਦੇ ਉੱਤੇ ਮੇਰਾ ਧਿਆਨ ਗਿਆ ਹੈ। ਇਹ ਉਸ ਦੇ ਮਕਸਦ ਨੂੰ ਕਿਰਿਆਸ਼ੀਲ ਕਰਦਾ ਹੈ ਜੋ ਇਸ ਦੁਨੀਆ ਦੇ ਵਿੱਚ ਸਾਨੂੰ ਬਚਾਉਣ ਦੇ ਲਈ ਆਇਆ, ਭਾਵ ਸਰਬੱਤ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਆਇਆ ਹੈ। ਸਲੀਬ ਉੱਤੇ ਆਪਣੀ ਮੌਤ ਦੇ ਆਖਰੀ ਦਿਨਾਂ ਤੱਕ ਸਾਰਾ ਰਾਹ ਉਹ ਪੂਰਾ ਕਰ ਰਿਹਾ ਸੀ। ਅਸੀਂ ਇਹ ਗੱਲ ਅਗਰ ਵੇਖਣੀ ਹੈ ਤਾਂ ਲੂਕਾ ਦੀ ਇੰਜੀਲ 15 ਅਧਿਆਏ ਉਹਦੀ ਅਸੀਂ 3 ਤੋਂ 7 ਵਿੱਚ ਵੀ ਵੇਖ ਸਕਦੇ ਹਾਂ ਕਿ 99 ਨੂੰ ਛੱਡ ਕੇ ਉਹ ਇੱਕ ਭੇਡ ਨੂੰ ਭਾਲਣ ਦੇ ਲਈ ਗਿਆ, ਖੋਜ ਕਰਨ ਦੇ ਲਈ ਗਿਆ। ਕਿੰਨਾ ਅਦਭੁਤ ਔਰ ਕਿੰਨਾ ਮਹਾਨ ਹੈ ਮੇਰਾ ਪਰਮੇਸ਼ਵਰ
ਜਿਹੜਾ ਮੈਨੂੰ ਅਤੇ ਆਪ ਨੂੰ ਭਾਲਣ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ। ਕੋਈ ਨਹੀਂ ਆਇਆ। ਕਿਸੇ ਨੇ ਪਾਪੀ ਮਨੁੱਖ ਦੀ ਅੱਜ ਤੱਕ ਭਾਲ ਨਹੀਂ ਕੀਤੀ। ਕਿਸੇ ਨੇ ਅੱਜ ਤੱਕ ਪਾਪੀ ਮਨੁੱਖ ਨੂੰ ਬਚਾਉਣ ਦੇ ਲਈ ਯਤਨ ਨਹੀਂ ਕੀਤਾ। ਕਿਸੇ ਨੇ ਅੱਜ ਤੱਕ ਪਾਪੀ ਮਨੁੱਖ ਦੇ ਲਈ ਆਪਣੀ ਜਾਨ ਸੂਲੀ ਉੱਤੇ ਨਹੀਂ ਦਿੱਤੀ। ਇੱਕ ਇਹੋ ਖੰਡ ਹੈ ਜਿਹੜਾ ਮੈਨੂੰ ਬਾਰ-ਬਾਰ ਜਿਉਂਦੇ ਪਰਮੇਸ਼ਰ ਦੀ ਭਗਤੀ ਕਰਨ ਦੇ ਲਈ ਵਿਵਸ਼ ਕਰਦਾ ਹੈ ਅਤੇ ਉਸ ਦੀ ਮਹਿਮਾ ਕਰਨ ਦੇ ਲਈ ਮੇਰੇ ਮੂੰਹ ਨੂੰ ਬਾਰ-ਬਾਰ ਖੋਲਦਾ ਹੈ। ਉਹਦੇ ਲਈ ਅਸੀਂ ਪ੍ਰਸ਼ੰਸਾ ਕਰਦੇ ਹਾਂ ਜਿਹੜਾ ਸਾਡੇ ਲਈ ਅਦਭੁਤ ਕੰਮ ਕਰਦਾ ਹੈ, ਜਿਹੜਾ ਸਾਡੇ ਲਈ ਭਲਾਈ ਦੇ ਕੰਮ ਕਰਦਾ ਹੈ। ਅਸੀਂ ਉਹਦੇ ਲਈ ਆਪਣੇ ਮੂੰਹ ਨੂੰ ਤਾਰੀਫ ਦੇ ਲਈ ਖੋਲਦੇ ਹਾਂ, ਆਪਣੇ ਮੂੰਹ ਨੂੰ ਉਸਤਤ ਅਤੇ ਵਡਿਆਈ ਦੇ ਲਈ ਖੋਲਦੇ ਹਾਂ। ਇੱਥੇ ਉਹ ਕੰਮ ਦੇਖਣ ਨੂੰ ਮਿਲਦਾ ਹੈ। ਹਿਜ਼ਕੀਏਲ ਦੀ ਪੁਸਤਕ ਜਦੋਂ 34 ਅਧਿਆਇ ਉਹਦੀ 16 ਆਇਤ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਪ੍ਰਭੂ ਪਰਮੇਸ਼ਰ ਕਹਿੰਦਾ ਹੈ ਕਿ ਮੈਂ ਗੁਆਚੇ ਹੋਇਆਂ ਨੂੰ ਭਾਲਣ ਦੇ ਲਈ ਆਇਆ ਹਾਂ। ਜਿਹੜੇ ਕੁਚਲੇ ਹੋਏ ਆ, ਜਿਹੜੇ ਰੱਜੇ ਹੋਏ ਆ, ਮੈਂ ਉਹਨਾਂ ਨੂੰ ਬਚਾਉਣ ਲਈ ਆਇਆ। ਪਰਮੇਸ਼ਰ ਦਾ ਦੂਸਰਾ ਰੂਪ ਇੱਥੇ ਸਾਨੂੰ ਨਜ਼ਰ ਆਉਂਦਾ ਹੈ, ਪਾਪੀ ਮਨੁੱਖ ਨੂੰ ਬਚਾਉਣ ਵਾਲਾ ਪਰਮੇਸ਼ਰ। ਉਹਨੇ ਮੇਰੇ ਵਰਗੇ ਮਹਾਪਾਪੀ ਨੂੰ ਬਚਾਉਣ ਦੇ ਲਈ ਵਿਉਂਤ ਬਣਾਈ, ਯੋਜਨਾ ਬਣਾਈ ਕਿ ਉਹ ਮੇਰੇ ਜੀਵਨ ਨੂੰ ਬਚਾਉਣ ਦੇ ਲਈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਮੇਰੇ ਲਈ ਕਾਲਵਰੀ ਕਰੂਸ ਦੇ ਉੱਤੇ ਬਲੀਦਾਨ ਕਰੇ। ਜੱਕਈ ਦੇ ਜੀਵਨ ਬਾਰੇ ਜਦੋਂ ਅਸੀਂ ਧਿਆਨ ਕਰਦੇ ਹਾਂ, ਜੱਕੀ ਰੋਮੀ ਸਰਕਾਰ ਤੋਂ ਇਖਤਿਆਰ ਪਾਇਆ ਹੋਇਆ ਇੱਕ ਮਸੂਲੀਆ ਸੀ। ਉਹ ਲੋਕਾਂ ਤੋਂ ਜਿਨ੍ਹਾਂ ਉਸ ਨੂੰ ਚਾਹੀਦਾ ਸੀ ਉਸ ਤੋਂ ਜ਼ਿਆਦਾ ਲੈਣ ਦੁਆਰਾ ਆਪਣੀ ਕਮਾਈ ਕਰ ਰਿਹਾ ਸੀ। ਅੱਜ ਦੇ ਟੈਕਸ ਕਲੈਕਟਰ ਇਹੀ ਕਰ ਰਹੇ ਆ। ਕਿਤੇ ਵੀ ਚਲੇ ਜਾਓ, ਟੈਕਸ ਤੋਂ ਬਚਣ ਦੇ ਲਈ ਜਾਂ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੁਝ ਜ਼ਿਆਦਾ ਮਿਲ ਜਾਂਦਾ ਹੈ ਉਹਨਾਂ ਦੇ ਉੱਤੇ ਟੈਕਸ ਦਾ ਜੁਰਮਾਨਾ ਜ਼ਿਆਦਾ ਲੈ ਕੇ ਆਪਣੇ ਜੀਵਨ ਦੇ ਵਿੱਚ ਕਮਾਈ ਦਾ ਸਾਧਨ ਬਣਾਉਂਦੇ। ਇਹੀ ਕੰਮ ਜੱਕਈ ਵੀ ਕਰ ਰਿਹਾ ਸੀ। ਔਰ ਜਿਹੜੇ ਇਹ ਕੰਮ ਕਰ ਰਹੇ ਆ, ਸਮਾਜ ਉਹਨਾਂ ਨੂੰ ਚੰਗਾ ਨਹੀਂ ਸਮਝਦਾ ਹੈ। ਸਮਾਜ ਦੀ ਨਜ਼ਰ ਦੇ ਵਿੱਚ ਉਹਨਾਂ ਦੀ ਇੱਜ਼ਤ ਨਹੀਂ ਹੈ ਅਤੇ ਉਹਨਾਂ ਨੂੰ ਬੁਰੀਆਂ ਨਜ਼ਰਾਂ ਨਾਲ ਦੇਖਦਾ ਹੈ। ਪਰ ਯਿਸੂ ਮਸੀਹ ਦੇ ਸਲੀਬੀ ਟਾਈਮ ਦੇ ਨੇੜੇ ਇਹ ਇੱਕ ਯੱਕੀ ਮਨੁੱਖ ਜਿਸ ਦਾ ਖਾਸ ਜ਼ਿਕਰ ਕੀਤਾ ਗਿਆ, ਜਿਸ ਦੇ ਵਿੱਚ ਖਾਸ ਪਰਮੇਸ਼ਰ ਦੀ ਯੋਜਨਾ ਨੂੰ ਪ੍ਰਗਟ ਕੀਤਾ ਗਿਆ, ਮੈਂ ਆਪ ਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਾਪੀਆਂ ਨੂੰ ਜਿਹੜੇ ਇਸ ਸੰਸਾਰ ਵਿੱਚ ਗੁਆਚੇ ਹੋਏ ਆ ਉਹਨਾਂ ਨੂੰ ਭਾਲਣ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ ਹੈ। ਉਹ ਹਰ ਇੱਕ ਨੂੰ ਆਪਣੇ ਟਾਈਮ ਦੇ ਵਿੱਚ ਉਹਨਾਂ ਨੂੰ ਭਾਲ ਕੇ ਆਪਣੇ ਕੋਲ ਬੁਲਾ ਰਿਹਾ ਹੈ। ਜੱਕਈ ਜੋ ਗੁਆਚਿਆ ਹੋਇਆ ਸੀ, ਜੋ ਆਦਰ ਚਾਹੁੰਦਾ ਸੀ, ਜੋ ਚਾਹੁੰਦਾ ਸੀ ਕਿ ਮੇਰੇ ਜੀਵਨ ਦੇ ਵਿੱਚ ਇਹ ਪਾਪ ਦੂਰ ਹੋਵੇ ਅਤੇ ਮੇਰਾ ਆਦਰ ਸਤਿਕਾਰ ਪਰਮੇਸ਼ਰ ਦੇ ਰਾਜ ਵਿੱਚ ਹੋਵੇ, ਉਹਦੀ ਭਾਲ 'ਚ ਸੀ। ਪਰ ਕੋਈ ਉਸ ਨੂੰ ਚੰਗਾ ਨਹੀਂ ਸੀ ਸਮਝਦਾ, ਕੋਈ ਉਸ ਨੂੰ ਅੱਛਾ ਨਹੀਂ ਸੀ ਸਮਝਦਾ ਤੇ ਉਹ ਉਸ ਜਗਤ ਗੁਰੂ ਨੂੰ, ਉਸ ਜਗਤ ਗੁਰੂ ਸਤਿਗੁਰ ਯਿਸੂ ਨੂੰ ਵੇਖਣ ਦੇ ਲਈ ਯਤਨ ਕਰ ਰਿਹਾ ਹੈ, ਪਰ ਉਹ ਵੇਖ ਨਹੀਂ ਪਾ ਰਿਹਾ। ਕਿਉਂ? ਕਿਉਂਕਿ ਬਾਣੀ ਦੱਸਦੀ ਹੈ ਉਹ ਮਧਰਾ ਹੈ ਸੀ। ਮਧਰਾ ਭਾਵ ਬੋਨਾ। ਉਹ ਛਾਲਾ ਮਾਰ ਕੇ ਵੀ ਯਿਸੂ ਨੂੰ ਦੇਖ ਨਹੀਂ ਸੀ ਪਾ ਰਿਹਾ, ਪਰ ਉਸਨੇ
ਉਸ ਨੂੰ ਵੇਖਣ ਦੇ ਲਈ ਦੌੜ ਕੇ, ਜਿਸ ਰਾਹ ਦੇ ਵਿੱਚੋਂ ਜਾਣਾ ਹੈ, ਦੌੜ ਕੇ ਯਿਸੂ ਨੂੰ ਵੇਖਣ ਦੇ ਲਈ ਗੁੱਲਰ ਦੇ ਰੁੱਖ ਉੱਤੇ ਚੜ੍ਹ ਗਿਆ ਅਤੇ ਇੱਕ ਤਣੇ ਦੇ ਉੱਤੇ ਬੈਠ ਕੇ ਉਹ ਉਸ ਨੂੰ ਵੇਖਣ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਯਿਸੂ ਉਸ ਰਾਹ ਤੇ ਲੰਘਿਆ, ਭੀੜ ਉਸ ਦੇ ਪਿੱਛੇ ਜਾ ਰਹੀ ਹੈ, ਲੋਕ ਉਸ ਨੂੰ ਚਾਹ ਰਹੇ, ਪਰ ਯਿਸੂ ਨੇ ਉਸ ਜੱਕਈ ਨੂੰ, ਜਿਹੜਾ ਸਮਾਜ ਦਾ ਰੱਦਿਆ ਹੋਇਆ ਸੀ, ਜਿਹਨੂੰ ਸਮਾਜ ਚਾਹੁੰਦਾ ਨਹੀਂ ਸੀ, ਜਿਸ ਨੂੰ ਸਮਾਜ ਬੁਰੀ ਨਜ਼ਰ ਨਾਲ ਵੇਖ ਰਿਹਾ ਸੀ, ਉਹਦੇ ਕਿੱਤੇ ਦੇ ਉੱਤੇ ਉਸ ਨੂੰ ਫਟਕਾਰਾਂ ਦੇ ਰਿਹਾ ਸੀ, ਕਿਉਂਕਿ ਉਹ ਇੱਕ ਯਹੂਦੀ ਸਮਾਜ ਦਾ ਮਨੁੱਖ ਹੈ ਸੀ। ਯਹੂਦੀ ਸਮਾਜ ਦੇ ਵਿੱਚ ਜਿਹੜਾ ਕੋਈ ਇਸ ਤਰ੍ਹਾਂ ਦਾ ਕੰਮ ਕਰਦਾ ਸੀ, ਉਸ ਨੂੰ ਉਹ ਸਵੀਕਾਰ ਨਹੀਂ ਸੀ ਕਰਦੇ, ਉਸ ਨੂੰ ਆਪਣੇ ਵਿੱਚੋਂ ਛੇਕ ਦਿੰਦੇ ਸੀ, ਕੱਢ ਦਿੰਦੇ ਸੀ। ਇਸੇ ਤਰ੍ਹਾਂ ਜੱਕਈ ਵੀ ਸੀ। ਪਾਪ ਸਾਨੂੰ ਪਰਮੇਸ਼ਵਰ ਤੋਂ ਦੂਰ ਕਰ ਦਿੰਦਾ ਹੈ, ਸਾਨੂੰ ਪਰਮੇਸ਼ਵਰ ਦੀ ਬਾਦਸ਼ਾਹ ਤੋਂ ਬਾਹਰ ਕਰ ਦਿੰਦਾ ਹੈ। ਜਿਵੇਂ ਆਦਮ ਅਤੇ ਹਵਾ ਨੇ ਪਾਪ ਕੀਤਾ, ਪਰਮੇਸ਼ਵਰ ਨੇ ਉਹਨਾਂ ਨੂੰ ਆਪਣੀ ਹਜ਼ੂਰੀ ਤੋਂ ਬਾਹਰ ਕੱਢ ਦਿੱਤਾ। ਪਿਆਰੋ, ਅਸੀਂ ਤਿਆਗੇ ਹੋਏ ਮਨੁੱਖ ਸੀ, ਅਸੀਂ ਕੱਢੇ ਹੋਏ ਮਨੁੱਖ ਸੀ, ਕਿਉਂਕਿ ਅਸੀਂ ਅਨਆਗਿਆਕਾਰੀ ਆਦਮ ਦੀ ਸੰਤਾਨ ਸੀ। ਸਾਡੇ ਉੱਤੇ ਮੌਤ ਦਾ ਫਰਮਾਨ ਹੋ ਚੁੱਕਾ ਸੀ, ਮੌਤ ਸਾਡੇ ਉੱਤੇ ਰਾਜ ਕਰ ਰਹੀ ਸੀ, ਸਾਡੇ ਵਿੱਚ ਜੀਵਨ ਹੈ ਨਹੀਂ ਸੀ, ਜੀਵਨ ਦੀ ਕੋਈ ਆਸ ਹੈ ਨਹੀਂ ਸੀ। ਬਾਣੀ ਦੱਸਦੀ ਹੈ ਕਿ ਪਾਪ ਦੀ ਮਜ਼ਦੂਰੀ ਮੌਤ ਹੈ। ਜੱਕਈ ਉਸ ਮੌਤ ਦੀ ਮਜ਼ਦੂਰੀ ਦੇ ਵਿੱਚ ਜਾ ਰਿਹਾ ਸੀ, ਪਰ ਉਹ ਜੀਵਨ ਨੂੰ ਵੇਖਣਾ ਚਾਹੁੰਦਾ ਸੀ, ਉਸ ਜੀਵਨ ਨੂੰ ਪਾਉਣਾ ਚਾਹੁੰਦਾ ਸੀ, ਪਰ ਉਸ ਦੇ ਕੋਲ ਜੀਵਨ ਨਹੀਂ ਸੀ, ਕਿਉਂਕਿ ਉਸ ਨੂੰ ਕੱਢ ਦਿੱਤਾ ਗਿਆ ਸੀ। ਜਿਵੇਂ ਮੈਨੂੰ ਵੀ ਅਨਆਗਿਆਕਾਰੀਤਾ ਦੇ ਕਾਰਨ ਇਸ ਪਰਮੇਸ਼ਵਰ ਦੀ ਹਜ਼ੂਰੀ ਵਿੱਚੋਂ ਕੱਢਿਆ ਹੋਇਆ ਸੀ। ਪਰ ਧੰਨਵਾਦ ਹੈ ਉਸ ਪਰਮੇਸ਼ਵਰ ਦਾ, ਉਸ ਨੇ ਮੈਨੂੰ ਅਤੇ ਆਪ ਨੂੰ ਆਪਣੀ ਹਜ਼ੂਰੀ ਵਿੱਚ ਬੁਲਾਉਣ ਦੇ ਲਈ, ਆਪਣੇ ਕੋਲ ਲੈ ਕੇ ਆਉਣ ਦੇ ਲਈ ਆਪਣੇ ਪੁੱਤਰ ਤੱਕ ਦਾ ਸਰਫਾਨਾ ਕੀਤਾ। ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਮੇਰੇ ਲਈ ਇਸ ਦੁਨੀਆ ਵਿੱਚ ਘੱਲ ਦਿੱਤਾ, ਜਿਹੜਾ ਮੇਰੇ ਅਤੇ ਆਪ ਨੂੰ ਪਾਲਣ ਦੇ ਲਈ ਇਸ ਦੁਨੀਆ ਵਿੱਚ ਆਇਆ, ਜਿਸ ਨੇ ਜੱਕਈ ਨੂੰ ਪਾਲਿਆ, ਜਿਸ ਨੇ ਵੇਖਿਆ ਜੱਕਈ ਜਿਹੜਾ ਸਮਾਜ ਦਾ ਤਿਆਗਿਆ ਹੋਇਆ ਹੈ, ਜਿਸ ਨੂੰ ਸਮਾਜ ਚਾਹੁੰਦਾ ਨਹੀਂ ਹੈ, ਜਿਸ ਨੂੰ ਸਮਾਜ ਮਾਰ ਦੇਣਾ ਚਾਹੁੰਦਾ ਹੈ, ਜਿਸ ਦੇ ਉੱਤੇ ਮੌਤ ਦੀ ਸਜ਼ਾ, ਕਹਿਣ ਦਾ ਭਾਵ ਪਰਮੇਸ਼ਵਰ ਤੋਂ ਦੂਰ ਹੋ ਜਾਣਾ, ਉਹਦੀ ਪਵਿੱਤਰਤਾ ਤੋਂ ਦੂਰ ਹੋ ਜਾਣਾ। ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਉਸ ਪਵਿੱਤਰਤਾ ਦੇ ਵਿੱਚ ਲੈ ਕੇ ਆਉਣ ਦੇ ਲਈ, ਉਸ ਸੱਚਾਈ ਦੇ ਵਿੱਚ ਖੜੇ ਕਰਨ ਦੇ ਲਈ, ਉਸ ਪ੍ਰੇਮ ਦੇ ਨਾਲ ਮਿਲਾਉਣ ਦੇ ਲਈ ਪਰਮੇਸ਼ਵਰ ਨੇ ਮੇਰੇ ਜੀਵਨ ਨੂੰ ਬਚਾਉਣ ਦੇ ਲਈ, ਆਪ ਦੇ ਜੀਵਨ ਨੂੰ ਬਚਾਉਣ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਮੇਰੇ ਅਤੇ ਆਪ ਦੇ ਗੁਨਾਹਾਂ ਦੇ ਬਦਲੇ ਉਸ ਨੂੰ ਸਲੀਬ ਉੱਤੇ ਚਾੜ ਦਿੱਤਾ। ਇਹਨਾਂ ਹੱਥਾਂ ਦੇ ਨਾਲ ਮੈਂ ਗੁਨਾਹ ਕੀਤੇ, ਇਹਨਾਂ ਹੱਥਾਂ ਦੇ ਉੱਤੇ ਉਸਨੇ ਕਿੱਲ ਠਕਵਾ ਦਿੱਤੇ, ਇਸ ਮੂੰਹ ਦੇ ਨਾਲ ਮੈਂ ਬੁਰਾ ਬੋਲਦਾ ਸੀ, ਇਸ ਦੇ ਉੱਤੇ ਕਸੁੰਨੇ ਮਾਰ ਦਿੱਤੇ। ਇਸ ਮਨ ਦੇ ਵਿੱਚ ਬੁਰੀਆਂ ਯੋਜਨਾ ਉੱਠਦੀਆਂ ਸੀ, ਬੁਰੇ ਵਿਚਾਰ ਉੱਠਦੇ ਸੀ, ਕੰਡਿਆਂ ਦਾ ਤਾਜ ਪਾ ਦਿੱਤਾ। ਇਸ ਦਿਲ ਦੇ ਵਿੱਚ ਕਿਸੇ ਦੇ ਪ੍ਰਤੀ ਚੰਗੀ ਜਗ੍ਹਾ ਨਹੀਂ ਸੀ, ਇੱਥੇ ਨੇਜੇ ਦੀ ਮਾਰ ਮਾਰ ਦਿੱਤੀ। ਇਸ ਪਿੱਠ ਦੇ ਉੱਤੇ ਪਾਪ ਦਾ ਭਾਰ ਚੁੱਕੀ ਫਿਰਦੇ ਸੀ, ਉਸ ਦੇ ਉੱਤੇ 39 ਘੋੜੇ ਖਾ ਲਏ। ਜਿੱਥੇ ਮੈਂ
ਸਭਨਾਂ ਦੇ ਵਿੱਚ ਬੁਰਾਈ ਕਰਦਾ ਸੀ, ਉੱਥੇ ਉਸਨੇ ਸਭਨਾਂ ਦੀ ਨਿੰਦਾ ਆਪਣੇ ਉੱਤੇ ਸਹਿ ਲਈ। ਜਿਸ ਪੈਰਾਂ ਨਾਲ ਮੈਂ ਬੁਰਾਈ ਵਿੱਚ ਵੱਧ ਕੇ ਭੱਜ ਕੇ ਜਾਂਦਾ ਸੀ, ਉੱਥੇ ਉਸਨੇ ਪੈਰਾਂ ਨੂੰ ਕਿੱਲਾਂ ਦੇ ਨਾਲ ਪਹਿਨ ਲਿਆ। ਮੇਰੇ ਪਿਆਰੇ ਅਸੀਸ, ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ, ਮੈਨੂੰ ਅਤੇ ਆਪ ਨੂੰ ਸਵਰਗ ਦੇ ਵਿੱਚ ਲਿਜਾਉਣ ਦੇ ਲਈ ਪਰਮੇਸ਼ਵਰ ਨੇ ਮੇਰੇ ਪਾਪਾਂ ਦੇ ਬਦਲੇ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਕਾਲਵਰੀ ਕਰੂਸ ਦੇ ਉੱਤੇ ਚਾੜ ਦਿੱਤਾ। ਉਹ ਮੇਰੇ ਬਦਲੇ ਕਾਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ, ਤਾਂ ਕਿ ਮੈਂ ਉਸ ਵਿੱਚ ਹੋ ਕੇ ਜੀਵਨ ਨੂੰ ਪ੍ਰਾਪਤ ਕਰਾਂ। ਜਕਈ ਨੂੰ ਉਸਨੇ ਕਿਹਾ, ਜਕਈ ਥੱਲੇ ਉਤਰਿਆ, ਅੱਜ ਮੈਂ ਤੇਰੇ ਘਰ ਵਿੱਚ ਰਹਿਣਾ। ਮੇਰੇ ਪਿਆਰੇ ਅਸੀਸ, ਯਿਸੂ ਮਸੀਹ ਜਿਹਨੇ ਮੇਰੇ ਜੀਵਨ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ ਮੇਰੇ ਜੀਵਨ ਦੇ ਦਰਵਾਜ਼ੇ ਵਿੱਚ ਦਰਵਾਜ਼ਾ ਖਟਖਟਾਇਆ, ਜਗਦੇਵ ਆਪਣਾ ਦਰਵਾਜ਼ਾ ਖੋਲ, ਮੈਂ ਤੇਰੇ ਘਰ ਵਿੱਚ ਰਹਿਣਾ ਚਾਹੁੰਦਾ। ਕਿੰਨੀ ਆਨੰਦ ਦੀ ਗੱਲ ਸੀ, ਕਿੰਨੀ ਖੁਸ਼ੀ ਦੀ ਗੱਲ ਸੀ। ਮੇਰੇ ਭਾਈ ਅਤੇ ਭੈਣ, ਉਹ ਆਪ ਦੇ ਨਾਲ ਵੀ ਇਹੋ ਕਹਿ ਰਿਹਾ ਹੈ, ਅੱਜ ਮੈਂ ਤੇਰੇ ਘਰ ਦੇ ਵਿੱਚ ਰਹਿਣਾ ਹੈ, ਅੱਜ ਮੈਂ ਤੇਰੇ ਨਾਲ ਵਾਸ ਕਰਨਾ ਹੈ, ਅੱਜ ਮੈਂ ਤੈਨੂੰ ਪਰਮੇਸ਼ਰ ਦੀ ਸੰਤਾਨ ਬਣਾ ਕੇ ਆਪਣੇ ਨਾਲ ਲੈ ਕੇ ਜਾਣਾ। ਕਿੰਨੀ ਅਦਭੁਤ ਗੱਲ ਹੈ ਕਿ ਜਿਸ ਤਰ੍ਹਾਂ ਜਕਈ ਨੇ ਆਪਣੇ ਆਪ ਨੂੰ ਉਸ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਕਰ ਦਿੱਤਾ, ਉਸਨੇ ਆਪਣੇ ਦਰਵਾਜ਼ੇ ਨੂੰ ਪਰਮੇਸ਼ਰ ਪੁੱਤਰ ਦੇ ਲਈ ਖੋਲ ਦਿੱਤਾ ਕਿ ਆ ਮੇਰੇ ਦਿਲ ਵਿੱਚ ਤੂੰ ਰਾਜ ਕਰ। ਇਹ ਜੀਵਨ ਹੁਣ ਮੇਰਾ ਨਹੀਂ, ਤੇਰਾ ਹੈ। ਪਰਮੇਸ਼ਰ, ਇਸ ਨੂੰ ਤੂੰ ਆਪਣੀ ਮਰਜ਼ੀ ਨਾਲ ਚਲਾ, ਤਾਂ ਕਿ ਮੈਂ ਤੇਰੀ ਹਜ਼ੂਰੀ ਵਿੱਚ ਤੇਰੇ ਨਾਲ ਪਾਇਆ ਜਾਵਾਂ। ਜਕਈ ਨੇ ਸੱਚਮੁੱਚ ਕਿਹਾ ਕਿ ਪਰਮੇਸ਼ਵਰ, ਜੇ ਮੈਂ ਕਿਸੇ ਨਾਲ ਧੋਖਾ ਕਰਕੇ ਜ਼ਿਆਦਾ ਲਿਆ ਹੈ ਤਾਂ ਮੈਂ ਉਸ ਨੂੰ ਚੌਗਣਾ ਮੋੜ ਦਵਾਂ। ਇਸ ਦਾ ਮਤਲਬ ਉਸਨੇ ਸੱਚਾ ਪਛਤਾਤਾਪ ਉਸ ਪਰਮੇਸ਼ਵਰ ਦੇ ਨਾਲ ਕੀਤਾ ਜਿਸ ਨੇ ਉਹਨੂੰ ਪਾਲਿਆ ਅਤੇ ਬਚਾਇਆ। ਪਾਪ ਦੀ ਜ਼ਿੰਦਗੀ ਤੋਂ, ਮੌਤ ਦੀ ਜ਼ਿੰਦਗੀ ਤੋਂ ਛੁਡਾ ਕੇ ਆਪਣਾ ਜੀਵਨ ਦਿੱਤਾ। ਉਸ ਦੇ ਅੱਗੇ ਉਸਨੇ ਆਪਣਾ ਇਕਰਾਰ ਕਰ ਲਿਆ ਕਿ ਪ੍ਰਭੂ ਯਿਸੂ ਮਸੀਹ, ਤੂੰ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ। ਹੁਣ ਤੂੰ ਮੇਰਾ ਪ੍ਰਭੂ ਹੈ। ਹੁਣ ਮੇਰਾ ਜੀਵਨ ਮੇਰਾ ਨਹੀਂ, ਤੇਰਾ ਹੈ। ਪ੍ਰਭੂ, ਮੈਂ ਆਪਣੀ ਜ਼ਿੰਦਗੀ ਨੂੰ ਤੇਰੇ ਹੱਥਾਂ ਵਿੱਚ ਸੌਂਪਦਾ। ਮੰਗਦਾ ਯਿਸੂ ਮਸੀਹ ਦੇ ਨਾਮ 'ਚ, ਆਮੇਨ। ਪ੍ਰਭੂ ਮੇਰੇ ਘਰ ਦੇ ਅੰਦਰ ਹੈ, ਮੇਰੇ ਅੰਦਰ ਹੈ ਅਤੇ ਮੇਰੀ ਸੰਗਤ ਉਹਦੇ ਨਾਲ ਹੈ। ਜਿਹਦੇ ਨਾਲ ਉਹਦੀ ਸੰਗਤ ਹੈ, ਉਹਦੇ ਕੋਲ ਉਹਦੀ ਸ਼ਾਂਤੀ, ਉਹਦਾ ਪ੍ਰੇਮ ਅਤੇ ਉਹਦਾ ਆਨੰਦ ਹੈ। ਉਹ ਕਦੇ ਆਪਣੇ ਆਪ ਦੇ ਵਿੱਚ ਨਿਰਾਸ਼ ਨਹੀਂ ਹੁੰਦਾ। ਮੇਰੇ ਭਾਈ ਅਤੇ ਭੈਣ, ਪ੍ਰਭੂ ਯਿਸੂ ਮਸੀਹ ਆਪ ਨੂੰ ਪਾਲ ਕੇ ਆਪਣੀ ਖੁਸ਼ੀ ਅਤੇ ਆਪਣਾ ਆਨੰਦ ਅਤੇ ਆਪਣੀ ਸ਼ਾਂਤੀ ਆਪ ਨੂੰ ਦੇਣਾ ਚਾਹੁੰਦਾ ਹੈ। ਸੱਚੀ ਤੌਬਾ ਇੱਕ ਪਰਮੇਸ਼ਵਰ ਦੇ ਅੱਗੇ ਉਹ ਫਲ ਹੈ ਜਿਹੜਾ ਮੈਨੂੰ ਜੀਵਨ, ਅਜਿਹਾ ਜੀਵਨ ਜਿਹੜਾ ਕਦੇ ਖਤਮ ਨਹੀਂ ਹੁੰਦਾ, ਉਹ ਮਿਲਦਾ ਹੈ। ਸੱਚੀ ਤੌਬਾ ਉਹ ਪਰਮੇਸ਼ਵਰ ਮੈਨੂੰ ਅਤੇ ਆਪ ਨੂੰ ਆਪਣੇ ਪੁੱਤਰ ਵਿੱਚ ਦਿੰਦਾ ਹੈ, ਜਿਵੇਂ ਇੱਥੇ ਜਕਈ ਨੂੰ ਮਿਲਿਆ ਹੈ। ਇਸ ਲਈ ਪਰਮੇਸ਼ਵਰ ਨੇ ਕਿਹਾ, ਅੱਜ ਮੁਕਤੀ ਇਸ ਘਰ ਵਿੱਚ ਆਈ ਹੈ। ਜਿਸ ਘਰ ਦੇ ਵਿੱਚ ਯਿਸੂ ਆ ਗਿਆ, ਜਿਸ ਦਿਲ ਦੇ ਵਿੱਚ ਯਿਸੂ ਆ ਗਿਆ, ਉਸ ਦੇ ਵਿੱਚ ਪਰਮੇਸ਼ਰ ਪੁੱਤਰ ਦੀ ਮੁਕਤੀ ਆ ਗਈ ਅਤੇ ਪਰਮੇਸ਼ਰ ਦਾ ਜੀਵਨ ਉਸ ਉੱਤੇ ਪ੍ਰਗਟ ਹੋ ਗਿਆ। ਮੇਰੇ ਭਾਈ ਅਤੇ ਭੈਣ, ਕੀ ਤੁਸੀਂ ਅੱਜ ਇਸ ਯਿਸੂ ਦੇ ਕੋਲ ਆਪਣੇ ਜੀਵਨ ਨੂੰ ਸਮਰਪਿਤ ਕਰਨਾ ਚਾਹੁੰਦੇ ਹੋ? ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਸਵੀਕਾਰ ਕਰ ਸਕਦੇ ਹੋ, ਪ੍ਰਭੂ
ਮੈਂ ਜਾਣ ਲਿਆ ਹੈ ਕਿ ਤੂੰ ਇਸ ਦੁਨੀਆ ਦੇ ਵਿੱਚ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ, ਜਿਨ੍ਹਾਂ ਵਿੱਚੋਂ ਮਹਾਪਾਪੀ ਮੈਂ ਹਾਂ। ਮੇਰੇ ਪਾਪੀ ਦੇ ਉੱਤੇ ਦਇਆ ਕਰ। ਮੈਂ ਤੇਰੇ ਵਚਨ ਵਿੱਚੋਂ ਜਾਣ ਗਿਆ ਕਿ ਤੂੰ ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਗੱਡਿਆ ਗਿਆ ਤੇ ਤੀਸਰੇ ਦਿਨ ਜੀ ਉੱਠਿਆ। ਹੁਣ ਤੂੰ ਮੇਰਾ ਪ੍ਰਭੂ ਹੈ। ਮੈਂ ਆਪਣਾ ਇਹ ਜੀਵਨ ਤੇਰੇ ਹੱਥ ਵਿੱਚ ਸਪੁਰਦ ਕਰਦਾ। ਇੰਨੀ ਗੱਲ ਕਰਨ ਦੇ ਨਾਲ ਪਰਮੇਸ਼ਵਰ ਆਪ ਨੂੰ ਉਹਦੇ ਪੁੱਤਰ ਵਿੱਚ ਸਦਾ ਦਾ ਜੀਵਨ ਦੇਵੇਗਾ, ਸਦਾ ਦੀ ਸ਼ਾਂਤੀ ਦੇਵੇਗਾ, ਸਦਾ ਦਾ ਪ੍ਰੇਮ ਆਪ ਦੇ ਨਾਲ ਕਰੇਗਾ ਅਤੇ ਸਦਾ ਦਾ ਆਨੰਦ ਆਪ ਦੇ ਜੀਵਨ ਵਿੱਚ ਦੇਵੇਗਾ। ਜੇ ਤੁਸੀਂ ਸਵੀਕਾਰ ਕਰ ਚੁੱਕੇ ਹੋ ਤਾਂ ਪਰਮੇਸ਼ਵਰ ਆਪ ਨੂੰ ਆਪਣੀ ਉਸ ਜਿਉਂਦੀ ਆਸ ਵਿੱਚ ਲੈ ਕੇ ਜਾਵੇਗਾ, ਜਿਸ ਦਾ ਵਾਅਦਾ ਉਸਨੇ ਮੇਰੇ ਅਤੇ ਆਪ ਦੇ ਨਾਲ ਕੀਤਾ ਹੈ। ਜਿੱਥੇ ਮੈਂ ਹਾਂ ਉੱਥੇ ਤੁਸੀਂ ਹੋਵੋਗੇ। ਪਰਮੇਸ਼ਵਰ ਆਪ ਨੂੰ ਇਸ ਵਚਨ ਦੇ ਨਾਲ ਸੱਚੀ ਮੁਕਤੀ ਨੂੰ ਪ੍ਰਾਪਤ ਕਰਨ ਦੇ ਲਈ ਮਦਦ ਕਰੇ। ਜੇ ਪ੍ਰਾਪਤ ਕਰ ਚੁੱਕੇ ਹੋ ਤਾਂ ਉਸ ਦੇ ਆਨੰਦ ਦੇ ਵਿੱਚ, ਸਰਗ ਰਾਜ ਦੀ ਜਿਉਂਦੀ ਆਸ ਦੇ ਵਿੱਚ ਵਧਣ ਦੇ ਲਈ ਆਪ ਦੀ ਸਹਾਇਤਾ ਕਰੇ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਜੈ ਮਸੀਹ ਦੀ। ਮਾਰਾਨਾਥਾ।